गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे हो, जो आपां नूं गुरबाणी गुरु विच सतगुरां ने उपदेश बख्शिश कीता है, जो अज का दिहाड़ा है आदो महीने की संगरांद, जो आपां नूं सतगुरु ये महीने दे विच उपदेश बख्शिश कर रहे, सानूं समझा रहे। जदों हड़ आपां गुरु घर आउंदे हाँ, इसे फिर जो आपां नूं सतगुरु उपदेश देंदे, आप उपदेश नूं सुन के उसनूं आपदे हिरदे च वसाउणा हुंदा ते उहनूं कमाउणा हुंदा, मनना हुंदा। जे असीं सतगुरां दे उपदेश नूं मनांगे, कमावांगे ते असीं आपदे जीवन दा लाहा कट्टांगे। सतगुरु आपां नूं समझाउंदे भी जिहड़े मन इस संसार दे विच आके इन्हां गुणां दे विच, त्रै गुणां दे विच सौ गई, भरम च पै गई। फिर त्रै गुणां दे विच भरमी भरम, दुखी दुख अज्ञानता दे विच। सतगुरु कहंदे भी भादों दे महीने विच फिर वो जीव इस्त्रियां जिहड़ियां भरम दे विच, जिन्हां ने प्यार दूजे नाल पा लिया। दूजा की है? माया, ये संसार, ये शरीर, ये दूजा है।
ਤੇ ਫਿਰ ਅਸੀਂ ਦੁਖੀ ਹੁੰਦੇ। ਮਾਰੇ ਕਹਿੰਦੇ ਭਾਦੋਂ ਭਰ ਭਲਾਣੀਆਂ, ਦੂਜੇ ਲੱਗਾ ਹੀਤ। ਬਈ ਇਹ ਭਾਦੋਂ ਦੇ ਮਹੀਨੇ ਵਿੱਚ ਜਿਨ੍ਹਾਂ ਦਾ ਹੀਤ, ਜਿਨ੍ਹਾਂ ਦਾ ਪਿਆਰ ਦੂਜੇ ਨਾਲ, ਉਹ ਹੀ ਫਿਰ ਸੰਸਾਰ ਦੇ ਵਿੱਚ ਉਹਨਾਂ ਦਾ ਜਿਹੜਾ ਮਨ ਆ ਉਹ ਦੁਖੀ ਰਹਿੰਦਾ, ਉਹ ਸ਼ਾਂਤ ਰਹਿੰਦਾ, ਕਿਉਂਕਿ ਉਹਨਾਂ ਨੇ ਇੱਕ ਨੂੰ, ਪਰਮਾਤਮਾ ਨੂੰ ਵਿਸਾਰ ਦਿੱਤਾ। ਇਹ ਦੂਜੀ ਮਾਇਆ ਸੀ, ਉਹ ਮਾਇਆ ਦੇ ਨਾਲ ਹੇਤ ਲਾ ਲਿਆ, ਮਾਇਆ ਦੇ ਨਾਲ ਪਿਆਰ ਪਾ ਲਿਆ। ਉਹਨਾਂ ਪਰਥਾਏ ਫਿਰ ਕਹਿੰਦੇ ਬਈ ਇਹ ਜੀਵਨ ਦਾ ਲਾਹਾ ਨਹੀਂ ਖੱਟਣਗੇ, ਭਵ ਸਾਗਰ ਦੇ ਵਿੱਚ ਡੁੱਬ ਜਾਣਗੇ। ਸਤਿਗੁਰੂ ਫਰਮਾਉਂਦੇ ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਬਣ ਜਾ ਰਹੇ ਆ। ਬਈ ਜਿਨ੍ਹਾਂ ਨੇ ਇੱਕ ਨੂੰ ਪਰਮਾਤਮਾ ਨੂੰ ਵਿਸਾਰ ਦਿੱਤਾ, ਇਹ ਦੂਜੇ ਨਾਲ ਪਿਆਰ ਪਾ ਲਿਆ, ਦੂਜੇ ਨਾਲ ਮੋਹ ਪਾ ਲਿਆ, ਹੀਤ ਲਾ ਲਈ। ਫਿਰ ਇਹ ਦੂਜੇ ਨਾਲ ਪਿਆਰ ਸਾਡਾ ਇਸ ਸਰੀਰ ਨਾਲ, ਇਹ ਸਰੀਰ ਦੇ ਅਸੀਂ ਕਿੰਨੇ ਵੀ ਹਾਰ ਸ਼ਿੰਗਾਰ ਕਰ ਲਈਏ, ਸਾਡੇ ਉਹ ਕਿਸੇ ਕੰਮ ਆਉਣ ਵਾਲੀ ਨਹੀਂ ਜੇ ਅਸੀਂ ਆਪਣੇ ਮਨ ਨੂੰ ਨਹੀਂ ਸਵਾਰਦੇ, ਜੇ ਸਾਡਾ ਮਨ ਨਹੀਂ ਸ਼ੁੱਧ ਹੁੰਦਾ। ਇਸ ਲਈ ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ। ਬਈ ਲੱਖਾਂ ਹੀ ਸ਼ਿੰਗਾਰ ਕੀਤੇ ਹੋਏ ਉਹ ਸਾਡੇ ਵਿਅਰਥ ਚਲੇ ਜਾਂਦੇ ਜੇ ਸਾਡਾ ਪਤੀ ਪਰਮੇਸ਼ਰ ਨਾਲ ਮਿਲਾਪ ਹੀ ਨਹੀਂ ਹੋਏ, ਜੇ ਅਸੀਂ ਇਹ ਮਾਰਗ ਦੇ ਉੱਤੇ ਚੱਲੇ ਹੀ ਨਹੀਂ। ਸੋ ਇਸ ਵਾਸਤੇ ਕਹਿੰਦੇ ਵੀ ਇੱਕ ਤਾਂ ਸ਼ਿੰਗਾਰ ਹੀ ਸਰੀਰ ਦਾ ਹੁੰਦਾ, ਧਨ ਦਾ ਸ਼ਿੰਗਾਰ ਹੈ। ਜਿਹੜਾ ਮਨਮੁਖ ਜੀਵ ਉਹ ਸਿਰਫ ਇਹ ਤਨ ਤੱਕ ਸੀਮਤ ਹੋਣ ਕਰਕੇ ਤਨ ਨੂੰ ਹੀ ਸ਼ਿੰਗਾਰੀ ਜਾਂਦਾ। ਔਰ ਸਤਿਗੁਰੂ ਸਾਰੀ ਕਹਾਣੀ ਸਾਡੇ ਮਨ ਦੀ ਕਰਦੇ ਵੀ ਜਿਵੇਂ ਤੁਸੀਂ ਧਨ ਦਾ ਸ਼ਿੰਗਾਰ ਕਰਦੇ ਹੋ, ਮਨ ਦਾ ਵੀ ਸ਼ਿੰਗਾਰ ਕਰੋ। ਜਿਹੜਾ ਆਪਣਾ ਮਨ ਹੈ ਉਹ ਮਨ ਨੂੰ ਵੀ ਸੁੰਦਰ ਬਣਾਓ, ਮਨ ਨੂੰ ਵਿਚਾਰਾਂ ਤੋਂ, ਤ੍ਰੈ ਗੁਣਾਂ ਤੋਂ ਰਹਿਤ ਕਰੋ, ਔਰਨਿਆਂ ਤੋਂ ਰਹਿਤ ਕਰੋ। ਔਰ ਆਪਣੇ ਫਿਰ ਮਨ ਵਾਸਤੇ ਜਿਹੜਾ ਸ਼ਿੰਗਾਰ ਉਹਦਾ ਫਿਰ ਸਾਨੂੰ ਭੇਤ ਆਉਂਦਾ ਸਤ ਸੰਗਤ ਕਰਕੇ। ਜਦੋਂ ਆਪਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਂਦੇ ਆ, ਸਤ ਸੰਗਤ 'ਚ ਆਉਂਦੇ ਆ, ਸਤਿਗੁਰੂ ਆਪਾਂ ਨੂੰ ਸਮਝਾਉਂਦੇ ਬਈ ਕਿਵੇਂ ਅਸੀਂ ਆਪਦੇ ਮਨ ਦਾ ਸ਼ਿੰਗਾਰ ਕਰਨਾ, ਸਾਡੇ ਮਨ ਨੇ ਕਿਵੇਂ ਸੁੰਦਰ ਹੋਣਾ, ਕਿਵੇਂ ਉਹਦੇ ਉੱਤੇ ਰੰਗ ਚੜ੍ਹਨਾ ਨਾਮ ਦਾ। ਜੋ ਮਾਰੇ ਫਰਮਾਉਂਦੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ, ਤੇ ਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲੇ ਸੰਗਰੀ। ਵੀ ਆਪਦੀ ਸਿਆਣਪ, ਆਪਦੀ ਚਤਰਾਈ ਛੱਡ ਕੇ ਫਿਰ ਹੀ ਅਸੀਂ ਮਾਲਕ ਨੂੰ ਮਿਲ ਸਕਦੇ। ਸੋ ਇਸ ਵਾਸਤੇ ਫਿਰ ਜਿਹੜੇ ਗੁਰਮੁਖ ਉਹ ਫਿਰ ਆਪਦੇ ਮਨ ਨੂੰ ਸ਼ਿੰਗਾਰ ਲੈਂਦੇ, ਉਹ ਆਪਦੀ ਸੁਰਤੀ ਨੂੰ ਸਵਾਰ ਲੈਂਦੇ। ਉਹ ਸੁਰਤੀ ਦਾ ਸ਼ਿੰਗਾਰ ਹੈ ਫਿਰ ਜਦੋਂ ਆਪਾਂ ਇਹ ਸਿਮਰਨ ਕਰਦੇ, ਸਿਮਰਨ ਕਰਨ ਦੇ ਨਾਲ ਸਾਡੇ ਮਨ ਦੀ ਮੈਲ ਲੈਂਦੀ। ਜਦੋਂ ਆਪਾਂ ਸੰਗਤ ਕਰਦੇ ਹਾਂ, ਸ਼ਬਦ ਦੀ ਵਿਚਾਰ ਕਰਦੇ ਹਾਂ, ਸੁਣਦੇ ਹਾਂ, ਇਹਦੇ ਨਾਲ ਸਾਡੇ ਮਨ ਦੀ ਮੈਲ ਲੈਂਦੀ। ਸਤਿਗੁਰੂ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਪਹਿਲਾਂ ਜਦੋਂ ਅਸੀਂ ਮਨ ਨੂੰ ਧੋਵਾਂਗੇ, ਜਿਵੇਂ ਸਰੀਰ ਦਾ ਜੀਵ ਸ਼ਿੰਗਾਰ ਕਰਦੇ, ਪਹਿਲਾਂ ਇਹਨੂੰ ਨਹਾਉਂਦੇ, ਪਹਿਲਾਂ ਇਸ਼ਨਾਨ ਕਰਾਉਂਦੇ, ਫਿਰ ਨਹਾ ਧੋ ਕੇ ਸ਼ਿੰਗਾਰ ਕੀਤਾ ਜਾਂਦਾ। ਔਰ ਇਸੇ ਤਰ੍ਹਾਂ ਹੀ ਸਾਡੇ ਮਨ ਦਾ ਹੈ। ਪਹਿਲਾਂ ਅਸੀਂ ਮਨ ਨੂੰ ਇਸ਼ਨਾਨ ਕਰਾਵਾਂਗੇ, ਮਨ ਨੂੰ ਧੋਵਾਂਗੇ, ਫਿਰ ਮਨ ਦਾ ਸ਼ਿੰਗਾਰ ਹੋਏਗਾ। ਜੇ ਹੁਣ ਮਨ ਨੂੰ ਧੋਤਾ ਹੀ ਨਾ,
ਇਹ ਸਾਡੇ ਮਨ ਦਾ ਸ਼ਿੰਗਾਰ ਨਹੀਂ ਹੋ ਸਕਦਾ, ਕਿਉਂਕਿ ਸਾਡੇ ਮਨ ਦਾ ਜਿਹੜਾ ਸ਼ਿੰਗਾਰ ਹੈ ਉਹ ਨਾਮ। ਭਾਈਆਂ ਮਾਰੇ ਹੀ ਕਹਿੰਦੇ ਬਈ ਹਰੀ ਦੇ ਜਿਹੜੇ ਜਨ, ਉਹਨਾਂ ਦਾ ਜਿਹੜਾ ਰੂਪ ਰੰਗ ਉਹ ਨਾਮ ਹੈ, ਉਹਨਾਂ ਦਾ ਜਿਹੜਾ ਸ਼ਿੰਗਾਰ ਹੈ ਉਹ ਸ਼ਿੰਗਾਰ ਨਾਮ। ਸੋ ਇਸ ਵਾਸਤੇ ਫਿਰ ਜਿਹੜਾ ਮਨਮੁਖ ਜੀਵ ਜਿਹੜੇ ਭਰਮ ਦੇ ਵਿੱਚ ਨੇ, ਉਹ ਉਹਨਾਂ ਦਾ ਪਿਆਰ ਦੂਜੇ ਨਾਲ ਇਹ ਸਰੀਰ ਤੱਕ ਸੀਮਤ, ਮਾਇਆ ਤੱਕ। ਇਹ ਮਾਇਆ ਨੂੰ ਸਵਾਰੀ ਜਾਂਦੇ, ਇਹਨੂੰ ਸ਼ਿੰਗਾਰੀ ਜਾਂਦੇ। ਇਹ ਸਤਿਗੁਰੂ ਕਹਿੰਦੇ ਬਈ ਜਿਹੜਾ ਮਨਮੁਖ ਜੀਵ ਹੈ ਉਹ ਫਿਰ ਕੀ ਕਰਦਾ ਹੈ, ਇਹ ਸਰੀਰ ਦੇ ਉੱਤੇ ਸੋਹਣੇ ਕੱਪੜੇ ਪਾ ਕੇ, ਇਹ ਸਰੀਰ ਦਾ ਹਾਰ ਸ਼ਿੰਗਾਰ ਕਰਕੇ ਫਿਰ ਹਉਮੈ ਹੰਕਾਰ ਦੇ ਵਿੱਚ ਚੱਲਦਾ ਇਹ ਸੰਸਾਰ ਦੇ ਵਿੱਚ। ਜਦੋਂ ਸਤਿਗੁਰੂ ਇਹਦੀ ਇਹ ਹਾਲਤ ਦੇਖਦੇ, ਫਿਰ ਇਹ ਹਾਲਤ ਦੇਖ ਕੇ ਕਹਿੰਦੇ ਵੀ ਹੁਣ ਤਾਂ ਬੜਾ ਆਪਦੇ ਆਪ ਨੂੰ ਸਿਆਣਾ ਸਮਝਦਾ, ਬੜਾ ਚਤਰ ਬੁੱਧੀ ਵਾਲਾ ਬਣੇ। ਜੇ ਹੁਣ ਇਹ ਗੁਰੂ ਦੀ ਸ਼ਰਨ 'ਚ ਨਾ ਆਇਆ, ਇਹਨੇ ਨਾ ਸਾਧ ਸੰਗਤ ਕੀਤੀ, ਨਾ ਆਪਦੇ ਘਰ ਦਾ ਭੇਤ ਲਿਆ, ਫਿਰ ਇਹ ਅੱਗੇ ਜਾ ਕੇ ਜੂਨਾਂ ਦੇ ਵਿੱਚ ਬੜਾ ਦੁੱਖ ਭੋਗੇਗਾ, ਬੜਾ ਦੁਖੀ ਹੋਏਗਾ। ਸਤਿਗੁਰੂ ਫਰਮਾਉਂਦੇ ਕਾਪੜ ਪੈਰ ਕਰੀ ਚਤਰਾਈ, ਮਾਇਆ ਮੋਹ ਅਤ ਭਰਮ ਭੁਲਾਈ, ਬੈਨ ਗੁਰ ਸੇਵੇ ਬਹੁਤ ਦੁੱਖ ਪਾਈ। ਬਈ ਹੁਣ ਤਾਂ ਕੱਪੜੇ ਪਹਿਨ ਕੇ ਬੜਾ ਚਤਰ ਬੁੱਧੀ ਵਾਲਾ ਬਣਿਆ ਫਿਰਦਾ, ਬੜਾ ਸਿਆਣਾ ਸਮਝਦਾ, ਬੜੀ ਹਉਮੈ, ਬੜਾ ਹੰਕਾਰ ਕਰਦਾ। ਬਈ ਮੈਂ ਲਿਬਾਸ ਬੜਾ ਸੋਹਣਾ ਪਾਇਆ, ਮੈਂ ਸਰੀਰ ਨੂੰ ਬੜਾ ਸੋਹਣਾ ਬਣਾਇਆ, ਬੜਾ ਸ਼ਿੰਗਾਰ ਕੀਤਾ। ਸਤਿਗੁਰੂ ਕਹਿੰਦੇ ਜੇ ਮਨ ਨੂੰ ਨਾ ਸ਼ਿੰਗਾਰਿਆ, ਜੇ ਨਾ ਇਹਨੇ ਸਿਮਰਨ ਕੀਤਾ, ਨਾ ਭੇਦ ਲਿਆ ਆਪਦੇ ਘਰ ਦਾ, ਇਹ ਸਤਿਗੁਰੂ ਕਹਿੰਦੇ ਬੜਾ ਦੁੱਖ ਭੋਗੇਗਾ। ਹੁਣ ਵੀ ਦੁਖੀ ਹੋ ਰਿਹਾ ਤੇ ਅੱਗੇ ਹੋਰ ਦੁੱਖ ਭੋਗੇਗਾ ਜੂਨਾਂ 'ਚ ਜਾ ਕੇ। ਸੋ ਇਸ ਵਾਸਤੇ ਫਿਰ ਜਿਹੜੇ ਸਰੀਰ ਨੂੰ ਜੀਵ ਸ਼ਿੰਗਾਰਨ ਲੱਗੇ, ਜਿਹਦੇ ਤੇ ਹਉਮੈ ਕਰਦਾ, ਹੰਕਾਰ ਕਰਦਾ, ਜਿਨ੍ਹਾਂ ਨੂੰ ਆਪਦੇ ਸਮਝਦਾ ਬਈ ਇਹ ਮੇਰਾ ਪਰਿਵਾਰ ਹੈ, ਮੇਰੇ ਨਹੀਂ, ਜਦੋਂ ਇਹ ਦੇਹ ਬਿਨਸ ਜਾਂਦੀ, ਇਹ ਸਰੀਰ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋ ਜਾਂਦਾ, ਉਦੋਂ ਇਹੋ ਪ੍ਰੀਤ ਕਹਿਣ ਲੱਗ ਜਾਂਦਾ। ਸਤਿਗੁਰੂ ਕਹਿੰਦੇ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸਨ ਪ੍ਰੀਤ। ਵੀ ਜਦੋਂ ਦੇਹ ਬਿਨਸ ਗਈ, ਇਹ ਸਰੀਰ ਜਿਹਦੇ ਤੇ ਹਉਮੈ ਕਰਦਾ, ਹੰਕਾਰ ਕਰਦਾ, ਉਹ ਕਹਿੰਦੇ ਵੀ ਹੁਣ ਸਾਨੂੰ ਪ੍ਰੀਤ ਲੱਗਦੀ, ਵੀ ਸਾਨੂੰ ਭੈ ਆਉਂਦਾ, ਸਾਨੂੰ ਡਰ ਲੱਗਦਾ ਇਹਦੇ 'ਚ। ਸੋ ਇਸ ਵਾਸਤੇ ਜਿਨ੍ਹਾਂ ਦੇ ਨਾਲ ਇਹਨੇ ਪਿਆਰ ਪਾਇਆ ਹੁੰਦਾ, ਇੱਕ ਛਿਣ ਦੇ ਵਿੱਚ ਹੀ ਇਹਨੂੰ ਸਾਰੇ ਛੱਡ ਕੇ ਪਾਸੇ ਹਟ ਜਾਂਦੇ। ਮਾਰੇ ਕਹਿੰਦੇ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ। ਵੀ ਜਿਹਦੇ ਨਾਲ ਇਹਨੇ ਹੇਤ ਪਾਇਆ ਸੀ, ਮੋਹ ਪਾਇਆ ਸੀ, ਪਿਆਰ ਪਾਇਆ ਸੀ, ਇੱਕ ਛਿਣ ਦੇ ਵਿੱਚ ਹੀ ਇਹਨੂੰ ਸਾਰਾ ਕੁਝ ਛੱਡ ਕੇ ਪਾਸੇ ਹੋ ਜਾਂਦਾ। ਉਦੋਂ ਫਿਰ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਸੰਸਾਰ ਦੇ ਵਿੱਚ ਮੈਂ ਸੁੱਤਾ ਪਿਆ ਭਰਮ ਦੇ ਵਿੱਚ ਸੁਪਨਾ ਦੇਖ ਰਿਹਾ ਸੀ। ਮਾਰੇ ਕਹਿੰਦੇ ਜਗ ਸੁਪਨਾ ਬਾਜੀ ਬਣੀ, ਖੈਨ ਮੇ ਖੇਲ ਖਲਾਈ, ਸੰਜੋਗੀ ਮਿਲੇ ਕਿਸੇ ਵਿਜੋਗੀ ਉੱਠ ਜਾਏ। ਫਿਰ ਜਦੋਂ ਇਹਦੀ ਨੀਂਦ ਖੁੱਲ੍ਹੀ, ਸੁਪਨਾ ਟੁੱਟਿਆ, ਇਹਨੂੰ ਪਤਾ ਲੱਗਦਾ ਵੀ ਇਹ ਤਾਂ ਸਾਰਾ ਕੁਝ ਸੁਪਨੇ ਦੇ ਵਿੱਚ ਹੀ ਚੱਲ ਰਿਹਾ ਸੀ। ਕੋਈ ਸੁਪਨੇ ਦੇ ਵਿੱਚ ਮਾਂ ਬਣੀ ਸੀ, ਕੋਈ ਪਿਓ ਬਣਿਆ ਸੀ, ਕੋਈ ਪੁੱਤਰ ਬਣਿਆ ਸੀ, ਕੋਈ ਧੀ ਬਣੀ ਸੀ, ਕੋਈ ਔਰਤ ਬਣੀ ਸੀ, ਕੋਈ ਮਰਦ ਬਣਿਆ ਸੀ। ਜਦੋਂ ਸੁਪਨਾ ਟੁੱਟਿਆ ਤੇ ਉਹ ਸਾਰੀ ਪਾਸੇ ਹਟ ਗਈ। ਜਿਵੇਂ ਆਪਾਂ ਰਾਤ ਨੂੰ ਸੁਪਨਾ ਦੇਖਦੀ, ਸੁੱਤੇ ਪਏ ਜੀਵ ਕਿਹੋ ਜਿਹਾ ਵੀ ਸੁਪਨਾ ਦੇਖੇ, ਜਦੋਂ ਉਹਦੀ ਅੱਖ ਖੁੱਲ੍ਹਦੀ ਉਹ ਸੁਪਨਾ ਟੁੱਟ ਜਾਂਦਾ।
फिर वो देखता भी मैं जो देख रहा सी, जिहदे नाल गल्लां बातां कर रहे सी, वो कित्थे गए। क्योंकि सुपना हुंदा, सुपना टुट जांदा। और इसे तरह ही ये संसार सुपना है। महाराज कहते जैसा सुपना रैन का तैसो ये संसार। हुण जदों साडा मन जागेगा तो फिर ये सुपना खत्म हो जाएगा, टुट जाएगा। सुपने दे विच जिहड़े जिन्हां नाल असीं गल्लां बातां करदे, जिन्हां नूं असीं आपदे कहने हैं, जदों सुपना टुट जांदा वो सारी पासे हट जांदी। सानूं फिर पता लगदा बई ये तां साडे नाल बड़ा वड्डा धोखा हो गया। जिन्हां नूं असीं आपदे कहंदे सी उदों साडे निकल ही ना, ते उहिओ मुड़ के प्रीत कहण लग जांदी। सतगुरु कहंदे भी सब तो जिहड़ा नज़दीकी रिश्ता पति पत्नी का, जिहड़े इकट्ठे जुड़ जुड़ के बहिंदे एक दूसरे नाल, जिउं ही जीवे दे छड्डदा है ते उहिओ प्रीत कहण लग जांदी। सतगुरु कहंदे घर की नार बहुत हित जासिओ, सदा रहत संग लागी। जब ही हंस तजीए काया, प्रीत प्रीत कर भागी। जदों ही हंस ये काया नूं छड्डदा, मन ही शरीर तो वख हो जाता है, तो उदों ही कहण लग जाते भी सानूं तां डर बड़ा लगदा। सो इस वास्ते फिर सतगुरु कहंदे बई ये संसार दे विच असीं कोई नहीं ऐसा उहदा मित्र देखिआ बई जिहड़ा साडे नाल अगे साथ निभावे, साडा साथ देवे। बई ये तां सिर्फ उन्ना समा ही साडा संजोग है, साडा संबंध जिन्ना समा साडे सवास चल रहे। जदों देखिया भी इन्हां दे सवास खत्म हो के निरधन हो गए, जद तक दा धन है सवासां दा, उन्ना समा साडे सवास चल रहे। जदों सवास खत्म हो गए, असीं निरधन हो गए, समा खत्म हो गई, तो उदों ही सारे छड्ड के पासे हट जाते। इस वास्ते च गुरु तेग बहादुर महाराज जी सानूं समझाउंदे, ये जग मीत ना देखिओ कोई, सगल जगत अपने सुख लागिओ, दुख में संग न होई। दारा मीत पूत संबंधी, सगरे धन स्यों लागे। जब ही निरधन देखिओ नरको, संग छाड़ सब भागी। सतगुरु कहंदे असीं कोई ऐसा मित्र नहीं देखिआ जगत दे विच भी जिहड़ा जदों साडे ते औखी घड़ी आवे साडा साथ देवे, मुसीबत वेले साडा साथ देवे। सारे साथ छड्ड के भज जाते, पासे हट जाते। हुण मुसीबत अपने ते कदों पैनी, जदों साडा समा खत्म हो गया, जदों सवास खत्म हो गए। जिवें इधर संसार का तो सारा ही खेल उल्ट चलदा, पुट्ठा चलदा। संसार च तां कई बार जीव आप ही कहण लग जाते भी बहुत औखे सी जी, चलो मर गए चंगा हो गया। खैड़ा छुट्टिया, इन्हां दा खैड़ा कित्थों छुट्टिया? वो खैड़ा थोड़ी छुड़दा, तो जम फड़ लेंदे। उहदे जदों समा खत्म नहीं होया तो कुटना शुरू कर दिंदे। उदों फिर जीव नूं पता लगदा भी इदों तो मैं पहलां सौखा सी, जदों सवास चल रही सी, मेरे कुट तां नहीं सी पैंदी, ये तां हुण मेरे कुट पैण लग गई। उदों फिर जीव ते मुसीबत पैंदी, उदों औखी घड़ी आउंदी। उदों फिर वो आवाज़ां मारदा परिवार के मैंबरां नूं भी मैनूं छड्डाओ इन्हां तों, मेरी मदद करो। तो उदों कोई नहीं साडी मदद करदा, कोई नहीं सानूं छड्डाउंदा। सो इस वास्ते फिर तां महाराज कहंदे बई इधर संसार दे विच जिहड़ा प्यार, संसार दी प्रीत वो झूठी है, क्योंकि ये शरीर तक दूजे नाल जुड़े हुए माया दे नाल। बई ये जिहड़ा शरीर सी, ये शरीर नूं जाणदी सी, इहनूं प्यार करदी सी।
ਤੇ ਜਿਹੜਾ ਅੰਦਰ ਵੱਸਦਾ ਸੀ ਉਹਦੀ ਪਹਿਚਾਣ ਨਹੀਂ ਕੀਤੀ, ਉਹਦਾ ਭੇਦ ਨਹੀਂ ਲਿਆ ਵੀ ਉਹ ਕੌਣ ਹੈ। ਔਰ ਫਿਰ ਅਸੀਂ ਇਹ ਸਰੀਰ ਨੂੰ ਵੀ ਨਹੀਂ ਇੱਥੇ ਰੱਖਦੇ, ਇਹਨੂੰ ਵੀ ਅਸੀਂ ਆਪਦੇ ਹੱਥੀਂ ਸੰਸਕਾਰ ਕਰ ਦਿੰਦੇ ਹਾਂ। ਕੋਈ ਜਲ ਪ੍ਰਵਾਹ ਕਰ ਦਿੰਦਾ, ਕੋਈ ਮਿੱਟੀ 'ਚ ਦੱਬ ਦਿੰਦਾ, ਉਹਦਾ ਬਾਅਦ ਦੀ ਗੱਲ ਹੈ। ਅਤੇ ਉਹਦਾ ਸਾਨੂੰ ਕੋਈ ਫਲ ਵੀ ਨਹੀਂ ਮਿਲਦਾ। ਜੇ ਅਸੀਂ ਆਖੀਏ ਨਾ ਵੀ ਮਰੇ ਦਾ ਬਾਅਦ 'ਚੋਂ ਸਾਨੂੰ ਕੋਈ ਉਹਦਾ ਫਲ ਮਿਲਣਾ, ਜਦੋਂ ਅਸੀਂ ਦੇਹ ਛੱਡ ਕੇ, ਫਿਰ ਉਹਦਾ ਸਾਨੂੰ ਕੋਈ ਫਾਇਦਾ ਨਹੀਂ। ਚਾਹੇ ਤਾਂ ਮਰੇ ਜੀਵ ਦੇ ਉੱਤੇ ਚੰਦਨ ਦੀਆਂ ਲੱਕੜਾਂ ਪਾ ਦਿਓ, ਉਹਨੂੰ ਚੰਦਨ ਦੇ ਲੱਕੜਾਂ ਦੇ ਨਾਲ ਉਹਦਾ ਸੰਸਕਾਰ ਕਰ ਦਿਓ, ਚਾਹੇ ਉਹਨੂੰ ਪਾਣੀ 'ਚ ਰੋੜ ਦਿਓ, ਚਾਹੇ ਉਹਨੂੰ ਮਿੱਟੀ 'ਚ ਦੱਬ ਦਿਓ, ਚਾਹੇ ਉਹਨੂੰ ਬੈਸਟਾ ਗੰਦਗੀ ਦੇ ਵਿੱਚ ਉਹਨੂੰ ਰੋੜੀ ਫਿਰੋ, ਉਹਦਾ ਥੋੜ੍ਹੀ ਕੁਛ ਘੱਟ ਜਾਣਾ। ਸਤਿਗੁਰੂ ਕਹਿੰਦੇ ਜੇ ਮ੍ਰਿਤ ਕੋ ਚੰਦਨ ਚੜਾਵੇ, ਉਸ 'ਤੇ ਕਹੋ ਕਵਣ ਫਲ ਪਾਵੇ। ਜੇ ਮ੍ਰਿਤ ਕੋ ਵਿਸ਼ਟਾ ਮੇਰ ਲਾਈ, ਤਾਂ ਮ੍ਰਿਤ ਕਾ ਕਿਆ ਘਟ ਜਾਈ। ਸਤਿਗੁਰੂ ਕਹਿੰਦੇ ਚਾਹੇ ਉਹਨੂੰ ਚੰਦਨ ਦੀ ਲੱਕੜ 'ਤੇ ਪਾ ਦਿਓ, ਅਤੇ ਉਹਨੂੰ ਕੀ ਫਲ, ਜਦੋਂ ਉਹਦਾ ਦੇਹ ਛੱਡ ਗਏ, ਉਹਦਾ ਚਲਿਆ ਗਿਆ ਅੱਗੇ, ਉਹਨੂੰ ਤਾਂ ਜਮਾ ਨੇ ਕੁੱਟਣਾ ਸ਼ੁਰੂ ਕਰਤਾ। ਉਹ ਸਰੀਰ ਨੂੰ ਚਾਹੇ ਚੰਦਨ ਦੀ ਲੱਕੜ 'ਤੇ ਪਾ ਦਿਓ, ਉਹਦਾ ਸੰਸਕਾਰ ਕਰ ਦਿਓ, ਉਹਨੂੰ ਕੋਈ ਲਾਭ ਨਹੀਂ। ਚਾਹੇ ਉਹ ਸਰੀਰ ਨੂੰ ਵੇਸਟਾ ਗੰਦਗੀ 'ਚ ਰੋੜੀ ਫਿਰ, ਉਹਦਾ ਕੁਛ ਘੱਟ ਨਹੀਂ ਜਾਂਦਾ, ਉਹਨੂੰ ਕੁਛ ਫਰਕ ਨਹੀਂ ਪੈਂਦਾ, ਕਿਉਂਕਿ ਉਹ ਛੱਡ ਹੀ ਗਿਆ ਦੇਹ ਜਦੋਂ ਇਹਦੇ ਨਾਲੋਂ ਵੱਖੀ ਹੋ ਗਈ। ਸੋ ਇਸ ਵਾਸਤੇ ਫਿਰ ਜਦੋਂ ਜਾਮੇ ਸਰੀਰ ਦੇ ਵਿੱਚੋਂ ਕੱਢ ਲੈਂਦੇ, ਅਤੇ ਉਹ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਇਹਨੂੰ ਕਿੱਥੇ ਲੈ ਗਏ ਫੜ ਕੇ, ਕਿੱਥੇ ਚਲਾ ਗਿਆ। ਮਹਾਰਾਜ ਕਹਿੰਦੇ ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਕਿਸੇ ਨੂੰ ਇਹ ਭੇਦ ਹੀ ਨਾ ਮਿਲਿਆ, ਕਿਸੇ ਨੂੰ ਪਤਾ ਹੀ ਨਾ ਲੱਗਿਆ ਵੀ ਕਿੱਥੇ ਲੈ ਗਏ। ਜਿਹੜਾ ਹੁਣ ਵਿੱਚ ਸਾਹ ਚੱਲ ਰਹੀ ਸੀ, ਬੋਲ ਰਿਹਾ ਸੀ, ਅਤੇ ਹੁਣ ਉਹ ਕਿੱਥੇ ਚਲਾ ਗਿਆ। ਇਹ ਫਿਰ ਗੁਰਮੁਖਾਂ ਨੇ ਖੋਜ ਕੀਤੀ। ਜਿਵੇਂ ਮਹਾਰਾਜ ਕਹਿੰਦੇ ਨਾ ਵੀ ਜਦੋਂ ਕੋਈ ਜੀਵ ਦੇਹ ਛੱਡਦਾ ਹੈ, ਆਪਾਂ ਸਾਰੇ ਇਕੱਠੇ ਹੁੰਦੇ ਸਾਕ ਸੰਬੰਧੀ, ਅਤੇ ਫਿਰ ਉਹਦੇ 'ਤੇ ਵਿਚਾਰ ਕਰੋ ਵੀ ਉਹ ਜਿਹੜਾ ਅੰਦਰ ਵੱਸਦਾ ਸੀ ਉਹ ਕਿੱਥੇ ਚਲਾ ਗਿਆ। ਸਰੀਰ ਜਿਹੜਾ ਮਿੱਟੀ ਸੀ, ਉਹ ਮਿੱਟੀ ਸਾਡੇ ਕੋਲ ਰਹਿ ਗਈ। ਮਹਾਰਾਜ ਕਹਿੰਦੇ ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਣ ਟੇਕ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰ ਕਰੋ ਵਿਚਾਰਾ, ਉਹ ਤੋਂ ਚਲਤ ਪਏ। ਵੀ ਉਹਦਾ ਚਲਾ ਗਿਆ, ਅਤੇ ਗੁਰਮੁਖਾਂ ਨੇ ਇਹਦੇ 'ਤੇ ਵਿਚਾਰ ਕੀਤੀ ਵੀ ਗਿਆ ਤੇ ਗਿਆ ਕਿੱਥੇ ਆ ਹੁਣ। ਉਹ ਫਿਰ ਉਹ ਗੁਰਮੁਖ ਜਦੋਂ ਖੋਜ ਕਰਨ ਲੱਗੇ, ਬ੍ਰਹਮ ਗਿਆਨੀ ਖੋਜ ਕਰਨ ਲੱਗੇ, ਉਹਨਾਂ ਨੇ ਖੋਜ ਕਿਵੇਂ ਕੀਤੀ ਵੀ ਆਪਾਂ ਤਾਂ ਬਾਅਦ 'ਚ ਜਦੋਂ ਜੀਵ ਦੇਹ ਛੱਡ ਜਾਂਦਾ ਉਦੋਂ ਕਹਿੰਦੇ ਵੀ ਮਰ ਗਿਆ। ਉਹਨਾਂ ਨੇ ਫਿਰ ਦੇਖਿਆ ਵੀ ਜਦੋਂ ਰਾਤ ਹੁੰਦੀ ਹੈ, ਰਾਤ ਹੋਣ ਤੋਂ ਮਗਰੋਂ ਜਦੋਂ ਜੀਵ ਇਹ ਦੇਹ ਨੂੰ ਛੱਡਦਾ ਵੀ ਉਹ ਜਾਂਦਾ ਕਿੱਥੇ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜੀਵ ਬਾਤਾਂ ਪਾਉਂਦੇ, ਕਹਾਣੀਆਂ ਸੁਣਾਉਂਦੇ, ਉਹ ਜਿਹੜਾ ਕਹਾਣੀ ਸੁਣਾਉਂਦਾ ਉਹ ਦੂਜੇ ਨੂੰ ਕਹਿੰਦਾ ਵੀ ਹੰਗੂਰਾ ਦੇਈ ਚੱਲੀ, ਵੀ ਤਾਂ ਕਿ ਮੈਨੂੰ ਪਤਾ ਲੱਗ ਜੇ ਵੀ ਸੁਣਦਾ ਵੀ ਆ ਕਿ ਨਹੀਂ ਸੁਣਦਾ। ਉਹ ਕਹਾਣੀ ਸੁਣਾਈ ਜਾਂਦੇ, ਉਹ ਦੂਜਾ ਹੰਗੂਰਾ ਦੇਈ ਜਾਂਦਾ, ਕਰੀ ਜਾਂਦਾ, ਉਹ ਪਤਾ ਲੱਗਦਾ ਵੀ ਸੁਣਦਾ। ਉਹ ਸੁਣਾਈ ਜਾਂਦੇ ਅਤੇ ਉੱਧਰੋਂ ਹੰਗੂਰਾ ਆਉਣਾ ਬੰਦ ਹੋ ਜਾਂਦਾ। ਜਦੋਂ ਬੰਦ ਹੋ ਜਾਂਦਾ ਤਾਂ ਇੱਕਦਮ ਘਰਾੜਾ ਵੱਜਦਾ ਅਤੇ ਸਰੀਰ ਤੋਂ ਵੱਖ ਹੋ ਜਾਂਦਾ ਮਨ। ਫਿਰ ਉਹਨਾਂ ਨੇ ਦੇਖਿਆ ਵੀ ਜਿਹੜਾ ਇਹ ਹੰਗੂਰਾ ਦੇ ਰਿਹਾ ਸੀ, ਜਿਹੜਾ ਸੁਣ ਰਿਹਾ ਸੀ, ਉਹ ਹੁਣ ਕਿੱਥੇ ਚਲਾ ਗਿਆ। ਵੀ ਇਹ ਜਿਹੜਾ ਸਰੀਰ ਦਾ ਘਰਾੜੇ ਵੱਜਣ ਲੱਗ ਗਏ। ਬਈ ਉਹ ਜਿਹੜਾ ਸੁਣ ਰਿਹਾ ਸੀ, ਜਿਹੜਾ ਹੰਗੂਰਾ ਦੇ ਰਿਹਾ ਸੀ, ਉਹ ਹੁਣ ਕਿੱਥੇ ਗਿਆ। ਉਹਨਾਂ ਨੇ ਫਿਰ ਉਹਦੀ ਖੋਜ ਕੀਤੀ, ਉਹਦਾ ਪਿੱਛਾ ਕੀਤਾ, ਬਈ ਇਹ ਜਾਂਦਾ ਤੇ ਜਾਂਦਾ ਕਿੱਥੇ। ਜੇ
ਹੁਣ नहीं सानू पता लगता भी रात को असी सौण तो मगरों कित्थे जाने जदों साडा दिता होया समा खत्म हो गया फिर सानू कित्थे लभना असी एक दूसरे। हालांकि हुण साडे कोल समा है, सवासां दा धन हैगा। जे असी हुण नहीं एक दूसरे का पिछा कर रहे, हुण नहीं एक दूसरे नूं मिल रहे, जदों साडा दिता होया समा ही खत्म हो गया, सदा लई असी इस शरीर नूं छड्ड दित्ता, फिर असी एक दूसरे नूं नहीं मिल सकांगे। फिर सानूं लभना ही नहीं भी गया तो गया कित्थे। सो उन्हां गुरमुखां ने, ब्रह्म ਗਿਆਨੀਆਂ ने फिर जदों खोज की थी, फिर उन्होंने देखिया भी मन ये शरीर तो ਵੱਖ हो जाता, पाउण तो ਵੱਖ हो जाता तो ये आपदे घर चला जाता सुन्न दे विच, बई सवेर नूं फिर इहदे विच आ जाता, आके फिर प्रवेश हो जाता, फिर बोलना शुरू कर देंदा। जदों ये तो ਵੱਖ हो जाता उदों ये शरीर बोलता नहीं, क्योंकि ये जिहड़ा सुणदा सी, जिहड़ा बोलदा सी, जिहड़ा देखदा सी, वो शरीर नूं छड्ड गया। ये जिहड़े नौंदर सी, नौंदर बंद हो गए। फिर ये अखां राहीं आपां नूं दिसदा नहीं, फिर ये कन्नां राहीं आपां सुणदे नहीं कुछ, मुख राहीं आपां बोलदे नहीं है, क्योंकि जिहड़ा बोलण वाला सी, जिहड़ा देखण वाला सी, जिहड़ा सुणन वाला सी, वो चला गया इहदे विच। फिर वो गुरमुखां ने खोज की तो वह पिछा किया, फिर वह पिछा करके वो भाल की, तो उन्होंने फिर आप दसिया भी दो राह ने, एक लिवदा दूसरा धात। जिहड़ा दा लिवदा राह वो नाम का रस्ता है, जिहड़े दा गुरमुख नाम दे नाल जुड़े ने, वो जदों देह नूं छड्डदे नाम दे विच समा के सीधा ही आपदे घर चले जाते, आपदे देश मालक दे विच जाके लीन हो जाते। जिहड़े नाम तो टुटे हुए, जिन्हां नूं भेत नहीं, वो साडा जिहड़ा देश परलोक ते ये लोक इहदे सेंटर दे विच भवसागर पैंदा है। जिहड़े मनमुख ने वो भवसागर दे विच डिग पैंदे, भवसागर दे विच डुबदे ते फिर उत्थों जम लैके जांदे कढ के। सो ऐसी अवस्था दे विच फिर महाराज कहंदे भी संसार दे विच जिहड़े जीव सुते, जिन्हां नूं नहीं भेत आया नाम दा सच दा, उन्हां नूं फिर ये भेत नहीं आउंदा भी जम इहनूं फड़ के कित्थे लै गए। जिहड़ा साडा संजोगी सी, जिन्हों असी कहते सी भी ये साडी माँ है, जां साडा पिता है, जां साडी भैन है, जां साडा भरा है, बई हुण कित्थे चला गई। ते फिर जीव राग करदे रोंदे, जदों रोंदे ते महाराज कहंदे भी हुण क्यों रोने, बई जिहड़े शरीर नूं तुसीं जाणदे सी, जिन्हों तुसीं प्यार करदे हो, तो तुहाडे कोल ही पिया। फिर उदों जीवां दा भरम जिहड़ा टुटदा, उदों कहंदे भी रोंदे उहनूं जिहड़ा इहदे अंदर वसदा सी, भी वो चला गया इहनूं छड्ड के, ते उहने हुण इहदे विच नहीं आउणा, तां करके रोने। ते सतगुरू कहंदे वो तां हुण भी रोज़ निकल जांदा इहदे विचों, हुण भी जांदे, रात नूं चला जांदा, सवेर नूं फिर आ जांदा, इहदे विच वड़ जांदा। तुसीं अंत समय जो पछताउने हो, बाद चों तुसीं जो रोने हो, तुसीं हुण क्यों नहीं पता करते भी हुण कित्थे जांदा है। जदों रात नूं इह शरीर चों निकल जांदा, कित्थे चला जांदा, किहड़े राह जांदा, ते फिर किवें वापस आउंदा, फिर आके इहदे विच वड़ जांदा। जदों फिर इहदे विच आ जांदा, फिर इहनूं लैके चल पैंदा, फिर असीं काम कार करना शुरू कर दिंदे। सो इस वास्ते सारी जिहड़ी कहानी ਉਹਦੀ है मन की, जिहड़ा सवेरे आउंदा इस शरीर 'ਚ ते रात नूं इहनूं छड्ड के वापस चला जांदा। ते जिहड़ा शरीर इहनूं घर कह के, देश कह के, धरती कह के, पिंड खेत कह के, घर कह के इहनूं पासे कर दित्ता। जिहड़ी कहानी चलदी वो सारी वो मन की चलदी।
ਤਾਂ ਕਰਕੇ ਜੀਵਾਂ ਨੂੰ ਫਿਰ ਗੁਰਬਾਣੀ ਗੁਰੂ ਦੀ ਸਮਝ ਨਹੀਂ ਆਉਂਦੀ, ਕਿਉਂਕਿ ਜੀਵ ਮਨ ਨੂੰ ਭੁੱਲ ਚੁੱਕੇ, ਮਨ ਦਾ ਸਰੂਪ ਵੀ ਭੁੱਲ ਚੁੱਕੇ। ਮਨ ਵੱਖਰਾ ਤੇ ਮਨ ਦਾ ਤਨ ਵੱਖਰਾ। ਸਾਰੀ ਗੁਰਬਾਣੀ ਗੁਰੂ ਮਨ ਦੀ ਗੱਲ ਕਰਦੇ, ਮਨ ਦੇ ਤਨ ਦੀ ਗੱਲ ਕਰਦੇ। ਇਹ ਸਰੀਰ ਨੂੰ ਤਾਂ ਉਹਨਾਂ ਨੇ ਘਰ ਕਹਿ ਕੇ ਪਾਸੇ ਕਰ ਦਿੱਤਾ ਵੀ ਜਿਹੜਾ ਇਹ ਘਰ ਦੇ ਅੰਦਰ ਵਸਦਾ, ਸਾਰੀ ਗੱਲ ਉਸ ਦੀ ਹੈ, ਵਸਣ ਵਾਲੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹਦੀ ਨਾ ਪਹਿਚਾਣ ਕਰਨ ਕਰਕੇ ਜੀਵਾਂ ਨੂੰ ਭੇਦ ਨਹੀਂ ਆਉਂਦਾ ਵੀ ਉਹਨੂੰ ਕਿੱਥੇ ਲੈ ਗਈ। ਵੀ ਜਿਹੜਾ ਸਾਡਾ ਸੰਜੋਗੀ ਸੀ ਉਹ ਹੁਣ ਕਿੱਥੇ ਚਲਾ ਗਿਆ। ਪਾ ਮਹਾਰਾਜ ਕਹਿੰਦੇ ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਕਿਸੇ ਨੂੰ ਭੇਤ ਹੀ ਨਾ ਆਇਆ, ਜਮ ਕਿੱਥੇ ਲੈ ਗਏ। ਤੇ ਸਤਿਗੁਰੂ ਕਹਿੰਦੇ ਫਿਰ ਵੀ ਉਹ ਖੈਂਦੇ ਵਿੱਚ ਹੀ ਛੱਡ ਕੇ ਪਾਸੇ ਹੋ ਗਏ। ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਓ ਲੱਗਾ ਹੇਤ। ਬਈ ਜਿਨ੍ਹਾਂ ਦੇ ਨਾਲ ਇਹਨੇ ਹੇਤ ਲਾਇਆ ਹੋਇਆ ਸੀ, ਪਿਆਰ ਪਾਇਆ ਹੋਇਆ ਸੀ, ਉਹ ਇੱਕ ਛਿੰਚ ਛੱਡ ਕੇ ਪਾਸੇ ਹੋ ਗਏ। ਇਹ ਸਰੀਰ ਵੀ ਇੱਥੇ ਰਹਿ ਗਿਆ, ਇਹ ਉਹ ਵੀ ਸਾਰੇ ਇੱਥੇ ਹੀ ਰਹਿ ਗਏ, ਅੱਗੇ ਮਰਨੇ ਜਾਣ। ਤੇ ਮਨ ਦੇ ਨਾਲ ਨਾ ਤਾਂ ਇਹ ਸਰੀਰ ਦੇ ਜਾਂਦੀ ਹੈ ਤੇ ਨਾ ਹੀ ਮਨ ਦੀ ਇੱਥੇ ਕੋਈ ਇਹ ਪੁੱਛਿਆ ਜਾਂਦਾ ਵੀ ਤੇਰੀ ਜਾਤ ਕਿਹੜੀ। ਮਹਾਰਾਜ ਕਹਿੰਦੇ ਦੇਹੀ ਜਾਤ ਨਾ ਅੱਗੇ ਜਾਈ, ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਈ। ਬਈ ਜਿੱਥੇ ਮਨ ਤੋਂ ਲੇਖਾ ਲਿਆ ਜਾਣਾ, ਉੱਥੇ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ। ਸੱਚ ਕੀ ਹੈ? ਪਰਮਾਤਮਾ। ਜਿਵੇਂ ਇੱਧਰ ਦਾ ਸੰਸਾਰ ਦੇ ਵਿੱਚ ਕਈ ਜੀਵ ਕਹਿੰਦੇ ਨਾ ਵੀ ਸੱਚ ਦੀ ਕਮਾਈ ਕਰਦੇ ਹਾਂ ਜੀ ਅਸੀਂ, ਵੀ ਸਾਡੀ ਕਿਹੜਾ ਜੀ ਝੂਠੀ ਕਮਾਈ ਹੈ, ਅਸੀਂ ਤਾਂ ਸੱਚੀ ਕਮਾਈ ਹੈ ਕਿਰਤ। ਆਹ ਸੰਸਾਰ ਦੀ ਕਿਰਤ ਨਹੀਂ ਵੀ ਅਸੀਂ ਸੱਚੀ ਝੂਠੀ, ਵੀ ਇਹ ਨਹੀਂ ਨਾਲ ਜਾਂਦੀ ਉੱਥੇ। ਉੱਥੇ ਆਹ ਸੱਚ ਝੂਠ ਨਹੀਂ ਜਿਹੜੀ ਦੇ ਪਿੱਛੇ ਸੰਸਾਰੀ ਜੀਵ ਲੜਦੇ ਨੇ ਵੀ ਮੈਂ ਸੱਚਾ ਆਹ ਝੂਠਾ ਹੈ। ਸੱਚ ਕਹਿੰਦੇ ਪਰਮਾਤਮਾ ਵਾਹਿਗੁਰੂ ਨੂੰ, ਜਿਨ੍ਹਾਂ ਨੇ ਵਾਹਿਗੁਰੂ ਨਾਲ ਮਿਲਾਪ ਕੀਤਾ, ਜਿਨ੍ਹਾਂ ਨੇ ਸੱਚ ਦੀ ਅਰਾਧਨਾ ਕੀਤੀ, ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ, ਜਿਨ੍ਹਾਂ ਨੇ ਸੱਚ ਨੂੰ ਅਰਾਧਿਆ, ਉਹ ਜਾ ਕੇ ਸੱਚ ਦੇ ਨਾਲ ਮਿਲਦੇ, ਮਾਲਕ ਦੇ ਨਾਲ। ਮਹਾਰਾਜ ਕਹਿੰਦੇ ਸੱਚ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸੱਚ ਨਾਲੇ। ਬਈ ਜਿਨ੍ਹਾਂ ਨੇ ਸੱਚ ਦੀ ਅਰਾਧਨਾ ਕੀਤੀ, ਵਾਹਿਗੁਰੂ ਦੀ, ਪਰਮਾਤਮਾ ਦੀ, ਉਹਨਾਂ ਵਰਤਾਏ ਕਹਿੰਦੇ ਇੱਥੇ ਛੁੱਟੇ ਸੱਚ ਕਮਾਈ। ਵੀ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਉਹ ਛੁੱਟਦੇ, ਜਿਨ੍ਹਾਂ ਨੇ ਸੱਚ ਦਾ ਭੇਦ ਹੀ ਨਹੀਂ ਲਿਆ, ਜਿਹੜੇ ਇੱਧਰ ਵਾਦ ਵਿਵਾਦ 'ਚ ਹੀ ਪਏ ਰਹੇ, ਸੱਚ ਝੂਠ ਦੀ ਖਾਤਰ ਹੀ ਲੜਦੇ ਰਹੇ, ਉਹ ਨਹੀਂ ਛੁੱਟਦੇ। ਕਿਉਂਕਿ ਇਹ ਸੰਸਾਰ ਦਾ ਜਿਹਨੂੰ ਜੀਵ ਕਹਿੰਦੇ ਸੱਚ ਝੂਠੇ ਦੇ ਵਿੱਚ ਤਾਂ ਸਾਰੇ ਝੂਠ ਹੀ ਝੂਠ। ਇਹ ਤਰ੍ਹਾਂ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ ਸਭ ਝੂਠੀ ਝੂਠੇ ਤਰ੍ਹਾਂ ਗੁਣਾਂ ਦੇ ਵਿੱਚ ਕੁਝ ਸੱਚ ਨਹੀਂ ਹੈ। ਤੇ ਜੀਵੇ ਜਿਹੜਾ ਲੜਦੇ ਵੀ ਮੈਂ ਸੱਚਾ ਦੂਜਾ ਝੂਠਾ, ਇਹ ਸਭ ਵਿਅਰਥ। ਭਾਈਆਂ ਮਾਰੇ ਸਾਨੂੰ ਸਮਝਾਉਂਦੇ ਵਾਦ ਵਿਵਾਦ ਕਾਹੂ ਸਿਉ ਨਹੀਂ ਕੀਜੇ, ਰਸਨਾ ਨਾਮ ਰਸਾਇਣ ਪੀਜੇ। ਬਈ ਤੁਸੀਂ ਇਹ ਸੱਚ ਝੂਠ ਦੇ ਚੱਕਰ 'ਚ ਪੈ ਕੇ ਲੜਨ ਨਾ ਬਹਿ ਜਿਓ ਕਿਸੇ ਨਾਲ, ਕਿਸੇ ਨਾਲ ਦੁਵਿਧਾ ਈਰਖਾ ਵੈਰ ਵਿਰੋਧ ਦੇ ਵਿੱਚ ਨਾ ਪਿਓ। ਬਈ ਤੁਸੀਂ ਆਪਦਾ ਮਾਲਕ ਦਾ ਸਿਮਰਨ ਕਰੋ ਤੇ ਰਸਨਾ ਦੁਬਾਰਾ ਅੰਮ੍ਰਿਤ ਪੀਓ। ਵੀ ਆਪਾਂ ਇਹ ਸੱਚ ਝੂਠ ਤੋਂ ਕੀ ਲੈਣਾ ਸੰਸਾਰ। ਕਿਉਂਕਿ ਆਪਾਂ ਨੂੰ ਭੇਦ ਆ ਗਿਆ ਵੀ ਸੱਚ ਤਾਂ ਇੱਕੋ ਹੀ ਪਰਮਾਤਮਾ। ਵਾਈਓ ਮਹਾਰਾਜ ਕਹਿੰਦੇ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਵ। ਵੀ ਸੱਚ ਤਾਂ ਇੱਕ ਹੀ ਹੈ, ਪਰਮਾਤਮਾ ਵਾਹਿਗੁਰੂ, ਹੋਰ ਤਾਂ ਸੱਚ ਹੈ ਹੀ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਜਿਨ੍ਹਾਂ ਨੇ ਸੱਚ ਦੀ ਅਰਾਧਨਾ ਕੀਤੀ, ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ, ਉਹ ਛੁੱਟਦੇ। ਇਹ ਇੱਧਰ ਦਾ ਇਹ ਸਰੀਰ ਵੀ ਇੱਥੇ ਰਹਿ ਗਿਆ, ਸਰੀਰ ਦੇ ਨਾਲ ਇਕੱਠੇ ਕੀਤੇ ਹੋਏ ਪਦਾਰਥ ਉਹ ਵੀ ਇੱਥੇ ਹੀ ਰਹਿ ਗਏ। ਅਤੇ ਅੱਗੇ ਮਰਨੇ ਜਾਣਾ ਅਤੇ ਮਰਨ ਦੇ ਨਾਲ ਕਰਮ ਜਾਣਾ।
ਮਨ ਦੀ ਕਮਾਈ ਜਾਣੀ ਨਾਲ ਵੀ ਮਨ ਨੇ ਕਿਹੜੀ ਕਮਾਈ ਕੀਤੀ। ਔਰ ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਕਹਿੰਦੇ ਵੀ ਮਨ ਦੀ ਕਮਾਈ ਹੈ ਜਿਹੜੀ ਉਹ ਹੈ ਨਾਮ ਧਨ। ਖੱਟਣਾ ਇਹਨੇ ਅਭਿਆਸ ਕਰਨਾ, ਇਹਨੇ ਭਗਤੀ ਕਰਨੀ, ਸਿਮਰਨ ਕਰਨਾ, ਇਹ ਮਨ ਦੀ ਕਮਾਈ ਹੈ। ਜੇ ਅਸੀਂ ਵਿਚਾਰਾਂ 'ਚ ਹੀ ਪਏ ਰਹੇ ਅਵਰ ਕਾਜ, ਜੇ ਅਸੀਂ ਦੌਦਾ 'ਚ ਹੀ ਵੈਰ ਵਿਰੋਧ 'ਚ ਹੀ ਪਏ ਰਹੇ ਅਵਰ ਕਾਜ ਹੀ ਕਰਦੇ ਰਹੇ, ਇਹ ਅਵਰ ਕਾਜ ਸਾਡੇ ਕਿਸੇ ਕੰਮ ਨਹੀਂ ਆਉਂਦੇ, ਫਿਰ ਅੱਗੇ ਸਾਡੇ ਨਾਲ ਨਹੀਂ ਜਾਂਦੇ। ਭਾਈਆਂ ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਈ ਹੋਰ ਸਾਡੇ ਜਿਹੜੇ ਕਰਮ ਇਹ ਲੋਕਾਚਾਰੀ ਦੇ, ਵੀ ਸਾਨੂੰ ਲੋਕਾਚਾਰੀ ਮਾਰਤ, ਇਹ ਆਪਾਂ ਨੂੰ ਮਹਾਰਾਜ ਕਹਿੰਦੇ ਅਵਰ ਕਰਮ ਸਭ ਲੋਕਾਚਾਰ, ਮਿਲ ਸਾਧੂ ਸੰਗ ਹੋਏ ਆਧਾਰ। ਬਈ ਹੋਰ ਤਾਂ ਸੰਸਾਰ ਦੇ ਕਰਮ ਲੋਕਾਚਾਰੀ ਦੇ ਨੇ, ਜਿੰਨੇ ਮਰਜ਼ੀ ਕਰ ਲਓ, ਤੇ ਲੋਕ ਕਿਸੇ 'ਤੇ ਕਦੇ ਖੁਸ਼ ਨਹੀਂ ਹੁੰਦੇ। ਇੱਥੇ ਕੋਈ ਕਿਸੇ ਦਾ ਬਣਦਾ ਨਹੀਂ ਹੈ ਕਿਤੇ। ਜੇ ਆਪਾਂ ਆਖੀਏ ਬਈ ਸਾਨੂੰ ਜੀਵ ਚੇਤੇ ਰੱਖਣਗੇ, ਇੱਥੇ ਕੋਈ ਆਪਦਿਆਂ ਨੂੰ ਨਹੀਂ ਚੇਤੇ ਕਰਦਾ, ਕਿਉਂਕਿ ਸਿਰਫ ਉਹਨਾਂ ਸਮਾਂ ਹੀ ਜੀਵ ਚੇਤੇ ਰੱਖਦਾ ਜਿੰਨਾ ਸਮਾਂ ਉਹਨੂੰ ਸਵਾਰਥ। ਇੱਥੇ ਜੀਵ ਬਹੁਤ ਸਵਾਰਥੀ ਨੇ, ਸਵਾਰਥ ਕਰਕੇ ਜੀਵ ਇੱਕ ਦੂਸਰੇ ਨੂੰ ਚੇਤੇ ਰੱਖਦੇ। ਜਿਵੇਂ ਵੱਧ ਤੋਂ ਵੱਧ ਜੀਵ ਆਪਦੇ ਦਾਦੇ ਤੱਕ ਨਾ ਜਾਣਦੇ, ਉਸ ਤੋਂ ਬਾਅਦ 'ਚੋਂ ਭੁੱਲ ਜਾਂਦੇ ਵੀ ਉਸ ਤੋਂ ਪਹਿਲਾਂ ਸਾਡੇ ਕੌਣ ਕੌਣ ਬਜ਼ੁਰਗ ਸੀਗੇ, ਕਿਉਂਕਿ ਉਹ ਦਾਦੇ ਤੱਕ ਵੀ ਸਾਨੂੰ ਲੋੜ ਪੈਂਦੀ, ਉਹ ਤਾਂ ਸਾਨੂੰ ਚੇਤੇ ਹੀ ਰੱਖਣਾ ਪੈਂਦਾ, ਨਹੀਂ ਤਾਂ ਜੀਵ ਨਾਂ ਤੱਕ ਨਹੀਂ ਚੇਤੇ ਰੱਖਦੇ ਕਿਸੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੇ ਅਸੀਂ ਆਖੀਏ ਵੀ ਇਹ ਸੰਸਾਰ ਦੇ ਵਿੱਚ ਅਸੀਂ ਕਿੰਨਾ ਵੀ ਕਰ ਲਈਏ ਵੀ ਸਾਨੂੰ ਕੋਈ ਚੇਤੇ ਰੱਖੇਗਾ, ਇੱਥੇ ਕਿੰਨੇ ਆਏ ਕਿੰਨੇ ਚਲੇ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਲਈ ਆਪਾਂ ਨੂੰ ਸਮਝਾਉਂਦੇ ਬਈ ਨਾਮ ਉਹਨਾਂ ਦਾ ਰਹਿੰਦਾ ਜਿਹੜੇ ਮਾਲਕ ਨੂੰ ਮਿਲ ਜਾਂਦੇ, ਜਿਹੜੇ ਭਗਤੀ ਕਰਦੇ ਉਹ ਸਦਾ ਲਈ ਅਮਰ ਹੋ ਜਾਂਦੇ। ਜਿਵੇਂ ਭਗਤ ਜਨ ਜਿਨ੍ਹਾਂ ਨੇ ਭਗਤੀ ਕੀਤੀ ਮਾਲਕ ਨੂੰ ਮਿਲੇ, ਉਹ ਅੱਜ ਵੀ ਆਪਣਾ ਮਾਰਗ ਦਰਸ਼ਨ ਕਰਦੇ, ਅਤੇ ਆਪਾਂ ਅੱਜ ਵੀ ਉਹਨਾਂ ਦੇ ਦਿਨ ਦਿਹਾੜੇ ਮਨਾਉਂਦੇ। ਅਤੇ ਉਹ ਸਮੇਂ ਜਿਹੜੇ ਰਾਜੇ ਹੋਏ, ਜਿਹੜੇ ਮਨਮੁਖ ਹੋਣਗੇ, ਜਿਹੜੇ ਨਾਸਤਕ ਹੋਣਗੇ, ਉਹਨਾਂ ਦੇ ਕੋਈ ਨਾਮ ਨਹੀਂ ਜਾਣਦਾ, ਕੋਈ ਉਹਨਾਂ ਨੂੰ ਚੇਤੇ ਵੀ ਨਹੀਂ ਕਰਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਆਪਾਂ ਉਹ ਕਰਮ ਕਰੀਏ ਜੋ ਸਾਨੂੰ ਸਤਿਗੁਰੂ ਕਰਨ ਨੂੰ ਕਹਿ ਰਹੇ ਵੀ ਭਗਤੀ ਕਰੋ, ਆਪਣਾ ਆਪਾ ਸਵਾਰੋ, ਅਤੇ ਆਪਦਾ ਜਿਹੜਾ ਜਿਸ ਮਕਸਦ ਵਾਸਤੇ ਤੁਸੀਂ ਆਏ ਹੋ ਸੰਸਾਰ ਦੇ ਵਿੱਚ, ਇਹ ਤੁਸੀਂ ਲਾਹਾ ਕੱਟ ਕੇ ਚੱਲੋ। ਇਹ ਉਹ ਕਰਮ ਹੈ। ਫਿਰ ਮਹਾਰਾਜ ਕਹਿੰਦੇ ਰਾਮ ਸਿਮਰ ਇਹ ਤੇਰੇ ਕਾਜ ਹੈ, ਵੀ ਇਹ ਤੇਰਾ ਅਸਲ ਕਾਰਜ। ਅਤੇ ਬਾਕੀ ਦਾ ਫਿਰ ਜੋ ਵੀ ਅਸੀਂ ਕਰਦੇ ਹਾਂ, ਜਿਨ੍ਹਾਂ ਨਾਲ ਵੀ ਅਸੀਂ ਜੁੜੇ ਹਾਂ, ਇਹ ਮਹਾਰਾਜ ਕਹਿੰਦੇ ਇੱਕ ਛਿੰਚ ਛੱਡ ਕੇ ਪਾਸੇ ਹੋ ਜਾਂਦੇ। ਜਿਨ੍ਹਾਂ ਨਾਲ ਅਸੀਂ ਪਿਆਰ ਪਾਇਆ, ਜਿਨ੍ਹਾਂ ਨਾਲ ਹੀਤ ਲਾਏ, ਅੱਗੇ ਸਤਿਗੁਰੂ ਸਮਝਾਉਂਦੇ ਹੱਥ ਮਰੋੜੇ ਤਨ ਕਪੇ ਸਿਆਹੋ ਹੋ ਆਸੀਤ। ਬਈ ਜੀਵ ਜਦੋਂ ਇਹ ਦੇਹ ਛੱਡਦਾ ਅਤੇ ਫਿਰ ਉਹਦਾ ਕੀ ਹਾਲਤ ਹੁੰਦੀ ਮਨ ਦੀ, ਜਦੋਂ ਜੰਮ ਪਕੜ ਲੈਂਦੇ ਫਿਰ ਉਹਦੇ ਰੰਗ ਜਿਹੜੇ ਉੱਡ ਜਾਂਦੇ। ਇਹ ਜਿਹੜਾ ਇੱਧਰ ਮਾਇਆ ਦਾ ਰੰਗ ਚੜ੍ਹਿਆ ਹੁੰਦਾ, ਇਹ ਸਾਰੇ ਰੰਗ ਜਿਹੜੇ ਇਹਦੇ ਲੱਥ ਜਾਂਦੇ, ਜਿਹਨੂੰ ਮਹਾਰਾਜ ਕਹਿੰਦੇ ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਮੇ ਪੱਤ ਗਿਆ ਗਵਾਈ। ਬਈ ਇੱਧਰ ਤਾਂ ਇਹਨੂੰ ਬੜੇ ਰੰਗ ਚੜ੍ਹੇ ਸੀ ਮਾਇਆ ਦੇ, ਅਤੇ ਉਹ ਜਮਾਂ ਨੇ ਨੰਗਾ ਕਰ ਲਿਆ। ਸਾਰੇ ਜਿਹੜੇ ਰੰਗ ਸੀ ਉਹ ਰੰਗ ਲੱਥ ਗਏ ਮਾਇਆ ਦੇ ਝੂਠੇ। ਇਹ ਉਦੋਂ ਫਿਰ ਇਹਦੀ ਹਾਲਤ ਜਿਹੜੀ ਉਹ ਬਹੁਤ ਡਰਾਉਣੀ ਹੋ ਜਾਂਦੀ ਮਨ 'ਚ। ਇਸ ਲਈ ਮਹਾਰਾਜ ਕਹਿੰਦੇ ਬਈ ਉਦੋਂ ਫਿਰ ਇਹ ਬੜਾ ਕਰੂਪ ਦਿਸ, ਬੜਾ ਡਰਾਉਣਾ ਦਿਸ।
उधरों जम कुटना शुरू कर देंदे। महाराज सच्चे पातशाह कहते नंगा दोजक चालिया दिसे खड़ा डरावना, भी किहो जिहा दिसदा, बड़ा डरावना दिसदा, बड़ा भयानक दिसदा। तो इहो महाराज फिर इत्थे इहदी हालत दस बई इहदी फिर ये हालत बहुत भैड़ी हो जाती जदों जम फिर इहनूं कुटना शुरू कर दिंदे। सो महाराज फिर अगे कहते भी जो इन्हें फिर खेत दे विच रहिंदे होए बीजे फिर उहिओ इहनूं अगे फल प्राप्त होंदे। जिहा बीजे सो लुणे कर्मा संधड़ा खेत, बई जो असी ये खेत दे विच बीजांगे उहिओ सानूं वढना पैना अंत समय। खेत शरीर जो बीजे सो अंत खलुआए। जे तां हुण असी इहदे विच नाम दी खेती करांगे, ये नाम नूं जिहड़ा फल है वो अमृत लगदा, फिर असी वो अमृत पीवांगे तो सदा लई अमर हो जांगे। जे हुण असी इहदे विच विख जहर बीजांगे तो आखीए भी सानूं अमृत मिलेगा, ये तो फिर सानूं होना नहीं। महाराज कहंदे बीजे विख मंगे अमृत वेखो इहो लिआओ। बई जे हुण जे विख बीजे जहर तो उन्होंने थोड़ी अमृत मिलना। ताइयों फिर आपां नूं समझाउंदे बई हुण वतर है, हुण मौका है, हुण वेला है, हुण नाम की खेती करो, नाम बीजो। सो जो असी बीजांगे उहिओ सानूं फल प्राप्त होना, उहिओ सानूं वढना पैना। ताइयों महाराज कहते फिर इहदे विच किहड़ी खेती करो, कहते नाम खेती बीजो भाई मीत, सौदा करो गुर सेवो नीत। बई इहदे विच नाम की खेती करो तो खेती फिर हुंदी, वो फिर जिहड़ा बी वो वधदा फुलदा। जदों असी पहलां ये खेत नूं सवारांगे, इहदे विच गंद उगदा विचारां च, सानूं गंद मारना पैंदा। जदों असी गंद मारांगे विचारां दा ते फिर वो जो नाम है साडे अंदर वो बीज, फिर वो बीज पुंगरेगा तो फिर वो वधे फुलेगा तो फिर उन्होंने फल लगेगा, फिर सानूं अमृत मिलेगा। ਉਹਦੇ वास्ते सानूं मेहनत करनी पैनी। जिवें आप संसार च देखते हैं भी किसान खेती करता, वो मेहनत करता। हुण जे वो धरती नूं सवारे ना पहलां उदां ही बी खंडा देवे तो ਉਹਦੇ ਵਿੱਚ उगना की है, कुछ भी नहीं। ਉਹਦਾ सारा गंद ही ਉਹਦੇ ਵਿੱਚ, ਉਹ गंद नहीं दब लेना, वो बी भी सड़ जाना। सो इस तरह ही महाराज फिर आपां ये खेत है, ये खेत नूं सवारना है पहलां, तो सवारन वास्ते फिर सिमरन आपां करते। जदों असी ये धरती नूं सवारांगे फिर सतगुरां ने नाम तां इहदे विच बीज पाया ही, जिस नूं महाराज कहंदे धरत काया साध के विच देह करता बीओ। तो इस वास्ते आपां नूं कहंदे पहलां ये धरती नूं सवार लो हुण चंगी तरह। आओ हुण किवें इहनूं असीं सवारना, ਉਹਦੇ वास्ते आपां नूं सतगुरू ये सिमरन अभ्यास दसदे। ज्यों-ज्यों आपां ये अभ्यास करांगे ते ਉਹਦੇ होए साडा खेत है जिहड़ा ये धरती शुद्ध होएगी। तो फिर जिन्ना असीं इहनूं शुद्ध कर लांगे उन्ना ही सानूं अगे लाहा ज़्यादा होना, उन्ना ही सानूं लाभ होना। तो ताइयों महाराज फिर आपां नूं समझाउंदे भी इहनूं हुण धरती नूं सवारो। आओ किवें सवारना, जो महाराज आपां नूं सिमरन अभ्यास दसदे। आओ सारी गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਸ ਸੇਵਨ ਕਰਦੇ ਨਾਲ ਸਾਧ ਸੰਗਤ ਕਰਦੇ, ਮਨ ਨੂੰ ਗੁਰੂ ਦੀ ਮੱਤ ਗਿਆਨ ਦਿੰਦੇ, ਫਿਰ ਆਪਣਾ ਮਨ ਪਰਮਾਤਮਾ ਦੀ ਸ਼ਰਨ ਦੇ ਵਿੱਚ ਚੱਲੇ। ਜਦੋਂ ਅਸੀਂ ਮਨ ਨੂੰ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਕਰ ਲਿਆ, ਫਿਰ ਸਾਡੇ ਮਨ ਨੇ ਸ਼ਰਨ ਦੇ ਵਿੱਚ ਹੀ ਬਹਿਣਾ ਹੁੰਦਾ ਪਰਮਾਤਮਾ, ਕਿਉਂਕਿ ਵਿਚਾਰ ਹੀ ਨੇ ਜਿਹੜੇ ਸਾਨੂੰ ਮਾਲਕ ਦੀ ਸ਼ਰਨ ਦੇ ਵਿੱਚ ਜਾਣ ਨਹੀਂ ਦਿੰਦੇ। ਜਿਹੜੇ ਫਿਰ ਮਾਲਕ ਦੀ ਸ਼ਰਨ ਦੇ ਵਿੱਚ ਚਲੇ ਗਏ, ਪਰਮਾਤਮਾ ਫਿਰ ਉਹਨਾਂ ਨੂੰ ਨਾਮ ਦੀ ਦਾਤ ਦੇ ਕੇ, ਉਹ ਨਾਮ ਨੂੰ ਬਹੁਤ ਕਹਿੰਦੇ ਬੇੜਾ, ਜਹਾਜ਼ ਜਿਹਦੇ 'ਤੇ ਸਵਾਰ ਹੋ ਕੇ ਅਸੀਂ ਫਿਰ ਆਪਦੇ ਘਰ, ਆਪਦੇ ਦੇਸ਼ ਵਾਪਸ ਚਲੇ ਜਾਂਦੇ। ਮਾਰੇ ਕਹਿੰਦੇ ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਬਈ ਜਦੋਂ ਤੁਹਾਡੀ ਸ਼ਰਨ 'ਚ ਚਲੇ ਗਏ ਮਾਲਕ ਦੀ, ਅਤੇ ਉਹਨੇ ਸਾਨੂੰ ਫਿਰ ਉਹ ਆਪਦੇ ਚਰਨ ਜਿਹੜੇ ਬੋਹਿਤ, ਬੇੜਾ ਜਹਾਜ਼, ਮਾਲਕ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਕੋ ਨਾਮ ਦੀ ਦਾਤ ਦੇ ਦਿੰਦੀ। ਸਤਿਗੁਰੂ ਕਹਿੰਦੇ ਫਿਰ ਭਾਦੋਂ ਦੇ ਮਹੀਨੇ ਵਿੱਚ ਉਹ ਜੀਵ ਅੱਗੇ ਜੂਨਾਂ 'ਚ ਨਹੀਂ ਜਾਂਦੇ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ, ਜਿਹੜੇ ਫਿਰ ਉਹ ਗੁਰੂ ਦੇ ਨਾਲ, ਨਾਮ ਦੇ ਨਾਲ ਹੇਤ ਲਾ ਲੈਂਦੇ, ਜਿਹੜੇ ਪਿਆਰ ਪਾ ਲੈਂਦੇ। ਸੇ ਭਾਦੋਂ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ। ਬਈ ਉਹ ਨਰਕਾਂ 'ਚ ਨਹੀਂ ਜਾਂਦੇ, ਉਹ ਅੱਗੇ ਕਾਰਾਂ 'ਚ ਨਹੀਂ ਜਾਂਦੇ। ਬਈ ਜਿਨ੍ਹਾਂ ਨੇ ਉਹ ਸ਼ਬਦ ਗੁਰੂ ਨਾਲ ਪਿਆਰ ਪਾਏ, ਨਾਮ ਦੇ ਨਾਲ ਪਿਆਰ ਪਾਏ। ਸੋ ਇਸ ਵਾਸਤੇ ਫਿਰ ਆਪਾਂ ਨੂੰ ਹੁਣ ਸਮਝਾਉਂਦੇ ਵੀ ਆਪਾਂ ਵੀ ਉਹ ਸ਼ਬਦ ਗੁਰੂ ਨਾਲ ਪਿਆਰ ਪਾਉਣਾ, ਜੋ ਸਾਨੂੰ ਰੋਜ਼ ਗੁਰੂ ਅਮਰਦਾਸ ਜੀ ਸਮਝਾਉਂਦੇ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਸਾਡੇ ਸਾਰਿਆਂ ਦੇ ਮਨਾਂ ਨੂੰ ਸੰਤ ਕਹਿ ਕੇ ਸਮਝਾਉਂਦੇ ਵੀ ਸੰਤ ਉਹ ਸ਼ਬਦ ਦੇ ਨਾਲ ਪਿਆਰ ਪਾਓ, ਉਹ
ਉਹ ਸ਼ਬਦ ਦੇ ਨਾਲ ਜੁੜੋ। ਜੇ ਅਸੀਂ ਉਹ ਸ਼ਬਦ ਦੇ ਨਾਲ ਜੁੜਾਂਗੇ ਤੇ ਅਸੀਂ ਸਦਾ ਲਈ ਜੀਵਨ ਮੁਕਤ ਹੋ ਜਾਵਾਂਗੇ। ਸੋ ਇਸ ਵਾਸਤੇ ਹੁਣ ਗੁਰਬਾਣੀ ਗੁਰੂ ਆਪਾਂ ਨੂੰ ਉਸੇ ਸ਼ਬਦ ਗੁਰੂ ਦਾ ਭੇਦ ਦਿੰਦੇ, ਸ਼ਬਦ ਗੁਰੂ ਨਾਲ ਜੋੜਦੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਸਤ ਕਰਕੇ ਮੰਨਾਂਗੇ, ਇਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਾਂਗੇ, ਅਤੇ ਸਾਡੀ ਟੁੱਟੀ ਹੋਈ ਉਹ ਸ਼ਬਦ ਗੁਰੂ ਨਾਲ ਦੁਬਾਰਾ ਗੰਢ ਦਿੰਦੇ, ਦੁਬਾਰਾ ਜੋੜ ਦਿੰਦੇ। ਮਹਾਰਾਜ ਇਸ ਲਈ ਫਰਮਾਉਂਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਵੀ ਜਿਹੜਾ ਸਿੱਖ ਮੰਨਦਾ ਹੈ ਉਹਨੂੰ ਪ੍ਰਤੱਖ ਉਹ ਸ਼ਬਦ ਗੁਰੂ ਦੇ ਲਿਜਾ ਕੇ ਸਨਮੁਖ ਖੜਾ ਕਰ, ਜਿੱਥੋਂ ਸਾਡੀ ਲਿਵ ਟੁੱਟੀ ਨਾਮ ਦੇ ਨਾਲ। ਅਤੇ ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ, ਫਿਰ ਸਾਡਾ ਮਨ ਭਰਮ ਦੇ ਵਿੱਚ ਨਹੀਂ ਜਾਏਗਾ। ਜਿਹਨੂੰ ਮਹਾਰਾਜ ਕਹਿੰਦੇ ਆ, ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਫਿਰ ਦੂਜੇ ਨਾਲ ਨਹੀਂ ਹੇਤ ਲਾਉਂਦਾ, ਫਿਰ ਇੱਕ ਨਾਲ ਲਾਉਂਦਾ, ਇਹਦੇ ਮਾਲਕ ਦੇ ਨਾਲ ਪ੍ਰੇਮ ਪਾਉਂਦਾ, ਫਿਰ ਇਹ ਸ਼ਬਦ ਗੁਰੂ ਦੇ ਨਾਲ ਹੇਤ ਲਾਉਂਦਾ, ਉਹਦੇ ਨਾਲ ਪਿਆਰ ਕਰਦਾ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਸਿਮਰਨ, ਤਾਂ ਕਿ ਸਾਡੇ ਆ ਇਹ ਖੇਤ ਸਵਾਰਿਆ ਜਾਵੇ ਅਤੇ ਅਸੀਂ ਆਪਦੇ ਇਹ ਖੇਤ ਦੇ ਵਿੱਚ ਨਾਮ ਖੇਤੀ ਬੀਜੀਏ, ਜਿਹਦੇ ਨਾਲ ਸਾਨੂੰ ਲਾਭ ਹੀ ਲਾਭ ਹੋਵੇ, ਲਾਹਾ ਹੀ ਲਾਹਾ ਹੋਵੇ। ਜਿਹਨੂੰ ਮਹਾਰਾਜ ਕਹਿੰਦੇ, ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ। ਵੀ ਇਹਦੇ ਵਿੱਚ ਨਾਮ ਦੀ ਖੇਤੀ ਕਰੋ। ਸੋ ਵੱਧ ਤੋਂ ਵੱਧ ਆਪਾਂ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਓਨਾ ਹੀ ਸਾਨੂੰ ਲਾਭ, ਓਨਾ ਹੀ ਲਾਹਾ ਹੈ, ਓਨਾ ਹੀ ਆਪਾਂ ਨੂੰ ਗਿਆਨ ਦ੍ਰਿੜ ਹੁੰਦਾ, ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਉਂਦੀ। ਬਾਕੀ ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ, ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਸਾਡੇ ਜੀਵਨ ਦਾ ਸਾਰਿਆਂ ਦਾ ਮਕਸਦ, ਮਨੋਰਥ, ਵਾਹਿਗੁਰੂ ਨੂੰ, ਨਿਰੰਕਾਰ ਨੂੰ ਮਿਲਣਾ, ਕਿਵੇਂ ਆਪਾਂ ਮਿਲ ਸਕਦੇ ਹਾਂ, ਰਸਤੇ ਵਿੱਚ ਕੀ ਕੀ ਰੁਕਾਵਟਾਂ ਨੇ, ਕਿਹੜੀਆਂ ਅਸੀਂ ਰਹਿਤਾਂ ਰੱਖਣੀ, ਉਹ ਸਾਰਾ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਭੇਜ ਦਿੱਤਾ। ਸੋ ਬਾਕੀ ਜੋ ਗੁਰਮੁਖ ਕਹਿ ਰਹੇ ਸੀ ਸਮੇਂ ਦਾ ਵੀ ਦਿਨਾਂ ਦਾ ਫਰਕ ਪੈ ਗਿਆ, ਕੱਲ੍ਹ ਤੋਂ ਆਪਾਂ 15 ਮਿੰਟ ਪਹਿਲਾਂ ਸ਼ੁਰੂ ਕਰਿਆ ਕਰਾਂਗੇ, ਅਤੇ 15 ਮਿੰਟ ਪਹਿਲਾਂ ਹੁਣ ਆਪਾਂ 9 ਵਜੇ ਕਰਦੇ ਸਮਾਪਤੀ, 8:45 ਸਮਾਪਤੀ ਕਰਦੇ ਕਰਾਂਗੇ। ਸੋ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਸੋ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।